हाँ जी स्टूडेंट्स, लास्ट टाइम तुसी ग्रुप 16th एलीमेंट्स ਦੀ ਅਕਰੈਂਸ ਦੇ ਬਾਰੇ ਡਿਸਕਸ ਕੀਤਾ ਸੀ ਤੇ ਅੱਜ ਨੈਕਸਟ ਆਪਾਂ ਟੌਪਿਕ ਡਿਸਕਸ ਕਰਾਂਗੇ ਜਨਰਲ ਕਰੈਕਟਰਿਸਟਿਕਸ ਆਫ ਗਰੁੱਪ 16th ਐਲੀਮੈਂਟਸ। ਜੋ ਆਮ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਗਰੁੱਪ 16th ਐਲੀਮੈਂਟਸ ਦੀਆਂ ਉਹ ਇੱਥੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਨੰਬਰ ਤੇ ਸਾਡੇ ਕੋਲ ਇਲੈਕਟ੍ਰੋਨਿਕ ਕਨਫੀਗਰੇਸ਼ਨ। ਵੈਸੇ ਇੱਥੇ ਇਲੈਕਟ੍ਰੋਨਿਕ ਦੀ ਬਜਾਏ ਮੂਹਰੇ ਲਿਖ ਲੈਣਾ ਤੁਸੀਂ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ। ਸੋ ਜਨਰਲ ਜਿਹੜੀ ਹੈ ਸਾਰਿਆਂ ਦੇ ਲਈ ਕਾਮਨ ਜੋ ਹੈ ਉਹ ਆਪਾਂ ਇੱਥੇ ਲਿਖਣੀ ਹੈ ਗਰੁੱਪ 16th ਐਲੀਮੈਂਟਸ ਦੀ। ਸੋ ਲਿਖਿਆ ਹੋਇਆ ਗਰੁੱਪ 16th ਐਲੀਮੈਂਟਸ ਹੈਜ਼ 6 ਇਲੈਕਟ੍ਰੋਨਸ ਇਨ देयर ਆਊਟਰਮੋਸਟ ਸ਼ੈਲ। ਗਰੁੱਪ 16th ਐਲੀਮੈਂਟਸ ਜਿਹੜੇ ਇਹਨਾਂ ਦੇ ਆਊਟਰਮੋਸਟ ਸ਼ੈਲ 'ਚ ਕਹਿੰਦੇ 6 ਇਲੈਕਟ੍ਰੋਨ ਹੁੰਦੇ ਆ। ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਇੱਕ ਅੱਧੇ ਐਲੀਮੈਂਟ ਦੀ ਲਿਖ ਕੇ ਦੇਖ ਸਕਦੇ ਆ, ਜਿਵੇਂ ਆਕਸੀਜਨ ਹੈ, ਆਕਸੀਜਨ ਦਾ ਐਟੋਮਿਕ ਨੰਬਰ 8 ਹੈ ਸਾਡੇ ਕੋਲ। ਤੇ ਫਿਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖ ਕੇ ਦੇਖੀਏ ਜੇਕਰ ਇਹਦੀ, ਇਹ ਹੁੰਦੀ ਹੈ 1s2 2s2 2p4। ਮਤਲਬ 1s 'ਚ 2 ਇਲੈਕਟ੍ਰੋਨ, 2s 'ਚ 2 ਇਲੈਕਟ੍ਰੋਨ ਤੇ 2p 'ਚ 4 ਇਲੈਕਟ੍ਰੋਨ। ਹੁਣ 2s ਤੇ 2p ਇਹ ਆਊਟਰਮੋਸਟ ਸ਼ੈਲ ਹੈ। ਸੋ 2s 'ਚ 2 ਹੈ ਤੇ 2p 'ਚ 4 ਹੈ। ਸੋ ਇਟ ਮੀਨਸ ਟੋਟਲ 6 ਇਲੈਕਟ੍ਰੋਨ ਹੋ ਗਏ। ਬਾਕੀਆਂ 'ਚ ਵੀ ਇਸੇ ਤਰ੍ਹਾਂ ਹੁੰਦਾ ਹੈ, ਸਲਫਰ, ਸੈਲੇਨੀਅਮ, ਟੈਲਿਊਰੀਅਮ, ਪੋਲੋਨੀਅਮ, ਉਹਨਾਂ ਦੇ ਵੀ ਆਊਟਰਮੋਸਟ ਸ਼ੈਲ 'ਚ ਸਾਰਿਆਂ 'ਚ 6 ਹੀ ਇਲੈਕਟ੍ਰੋਨ ਹੁੰਦੇ ਆ। ਕਿਵੇਂ ਕਿਵੇਂ ਹੁੰਦੇ ਆ? 2 ਇਲੈਕਟ੍ਰੋਨਸ ਇਨ s orbital and 4 electrons in p orbital. So their general electronic configuration is ns2 np4। ਸੋ ਸਾਰਿਆਂ ਦੇ ਲਈ ਜਨਰਲ ਫਾਰਮੂਲਾ ਲਿਖ ਦਿੱਤਾ ਕਿ ਇਹਨਾਂ ਦੀ ਜਿਹੜੀ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਜਨਰਲ, ਉਹ ns2 np4 ਹੁੰਦੀ ਹੈ। ਸੋ ਇੱਥੇ ਇੰਨਾ ਹੀ ਲਿਖਿਆ ਹੋਇਆ, ਬਟ ਤੁਸੀਂ ਇੱਥੇ ਕੰਮ ਕਰਨਾ ਇੱਕ, ਇਸ ਤੋਂ ਬਾਅਦ ਨੀਚੇ ਆਕਸੀਜਨ, ਸਲਫਰ, ਸੈਲੇਨੀਅਮ, ਟੈਲਿਊਰੀਅਮ, ਪੋਲੋਨੀਅਮ ਇਹ ਐਲੀਮੈਂਟਸ ਲਿਖਣੇ ਆ। ਫਿਰ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੈ ਬਿਲਕੁਲ ਸਾਹਮਣੇ, ਜਿਵੇਂ +1 'ਚ ਤੁਸੀਂ ਕਰਦੇ ਆ ਐਲੀਮੈਂਟਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ, ਉਵੇਂ ਇੱਥੇ ਵੀ ਲਿਖਣੀ ਹੈ ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ। ਇਸ ਤੋਂ ਬਾਅਦ ਨੈਕਸਟ ਦੂਜੇ ਨੰਬਰ 'ਤੇ ਅਟੋਮਿਕ ਐਂਡ ਫਿਜ਼ੀਕਲ ਪ੍ਰੋਪਰਟੀਜ਼। ਸੋ ਇਹ ਦੋ ਤਰ੍ਹਾਂ ਦੀਆਂ ਪ੍ਰੋਪਰਟੀਜ਼ ਇੱਥੇ ਡਿਸਕਸ ਕਰਨੀਆਂ, ਅਟੋਮਿਕ ਅਤੇ ਫਿਜ਼ੀਕਲ, ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਅਟੋਮਿਕ ਐਂਡ ਆਇਨਿਕ ਰੇਡੀਆਈ। ਅਟੋਮਿਕ ਅਤੇ ਆਇਨਿਕ ਰੇਡੀਆਈ +1 ਦੇ ਵਿੱਚ ਤੁਸੀਂ ਡਿਸਕਸ ਕਰ ਚੁੱਕੇ ਆ ਤੇ ਇਹਨਾਂ ਦੀ ਵੇਰੀਏਸ਼ਨ ਵੀ ਡਿਸਕਸ ਕਰ ਚੁੱਕੇ ਹਾਂ ਤੁਸੀਂ ਕਿ ਅਲੋਂਗ ਦਾ ਪੀਰੀਅਡ ਕਿਵੇਂ ਵੇਰੀਏਸ਼ਨ ਹੁੰਦੀ ਹੈ, ਡਾਊਨ ਦਾ ਗਰੁੱਪ ਕਿਵੇਂ ਵੇਰੀਏਸ਼ਨ ਹੈ। ਸੋ ਅਟੋਮਿਕ ਅਤੇ ਆਇਨਿਕ ਰੇਡੀਆਈ, ਅਟੋਮਿਕ ਰੇਡੀਆਈ ਦੀ ਜੇਕਰ ਗੱਲ ਕਰ ਲਈਏ, ਇਹ ਅਟੋਮਿਕ ਰੇਡੀਆਈ ਹੁੰਦੀ ਹੈ ਕਿ ਕਿਸੇ ਵੀ ਐਲੀਮੈਂਟ ਦਾ ਜੋ ਨਿਊਕਲੀਅਸ ਹੈ ਉਹਦੇ ਸੈਂਟਰ ਤੋਂ ਲੈ ਕੇ ਉਸ ਐਲੀਮੈਂਟ ਦੇ ਆਊਟਰਮੋਸਟ ਸ਼ੈਲ ਤੱਕ ਦਾ ਜਿੰਨਾ ਡਿਸਟੈਂਸ ਹੈ ਉਹਨੂੰ ਅਟੋਮਿਕ ਰੇਡੀਆਈ ਦਾ ਨਾਮ ਦਿੱਤਾ ਜਾਂਦਾ ਹੈ। ਮੈਂ ਇੱਥੇ ਬਣਾ ਕੇ ਵੀ ਦੱਸ ਦਿੰਦਾ ਤੁਹਾਨੂੰ ਕਿ ਆਹ ਮੰਨ ਲਓ ਸਾਡੇ ਕੋਲ ਐਟਮ ਦੀ ਸਟਰਕਚਰ ਜਿਹੜੀ ਹੈ ਉਹ ਪਤਾ ਹੈ ਤੁਹਾਨੂੰ, ਇਸ ਤਰ੍ਹਾਂ ਲਈ ਜਾਂਦੀ ਹੈ ਕਿ ਐਟਮ ਜੋ ਹੈ ਉਹਦੇ ਸੈਂਟਰ ਦੇ ਵਿੱਚ ਨਿਊਕਲੀਅਸ ਹੈ, ਉਹਦੇ ਸਰਾਊਂਡਡ ਇਸ ਤਰ੍ਹਾਂ ਫਸਟ ਐਨਰਜੀ ਲੈਵਲ, ਆ ਸਾਡੇ ਕੋਲ ਸੈਕਿੰਡ ਐਨਰਜੀ ਲੈਵਲ, ਇਸ ਤਰ੍ਹਾਂ ਥਰਡ ਐਨਰਜੀ ਲੈਵਲ, ਇਸ ਤਰ੍ਹਾਂ ਹੁੰਦੀ ਹੈ। ਮੰਨ ਲਓ ਆਪਾਂ ਆਕਸੀਜਨ ਦੀ ਹੀ ਗੱਲ ਕਰ ਲਈਏ, ਆਕਸੀਜਨ ਦਾ ਐਟੋਮਿਕ ਨੰਬਰ 8 ਹੈ, ਇਲੈਕਟ੍ਰੋਨਿਕ ਕਨਫੀਗਰੇਸ਼ਨ 1s2 2s2 2p4। ਸੋ ਇਸ ਤਰ੍ਹਾਂ 1s 'ਚ ਪਤਾ ਸਾਨੂੰ ਪਹਿਲੇ ਸ਼ੈੱਲ 'ਚ 2 ਇਲੈਕਟ੍ਰੋਨ ਹੁੰਦੇ ਆ, ਦੂਜੇ ਸ਼ੈੱਲ 'ਚ 8 ਆਉਂਦੇ ਆ, 1 2 3 4 5 6 ਹੈ, ਕਿਉਂਕਿ ਇੱਥੇ ਦੂਜੇ ਸ਼ੈੱਲ 'ਚ ਸਿਰਫ 6 ਇਲੈਕਟ੍ਰੋਨ ਹੈ। ਸੋ ਆਕਸੀਜਨ ਦੇ ਇਲੈਕਟ੍ਰੋਨਸ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਆ। ਸੋ ਜੇ ਆਕਸੀਜਨ ਦਾ ਐਟੋਮਿਕ ਰੇਡੀਅਸ ਦੇਖਣਾ ਹੋਵੇ ਤਾਂ ਇਹਦੇ ਸੈਂਟਰ ਤੋਂ ਲੈ ਕੇ ਜਿੱਥੋਂ ਤੱਕ ਲਾਸਟ ਇਲੈਕਟ੍ਰੋਨ ਹੈ ਉੱਥੋਂ ਤੱਕ ਦੀ ਜਿਹੜੀ ਦੂਰੀ ਹੈ ਉਹਨੂੰ ਜੋ ਹੈ ਐਟੋਮਿਕ ਰੇਡੀਅਸ ਦਾ ਨਾਮ। ਇਹ ਨਹੀਂ ਵੀ ਇੱਥੇ ਆਹੀ ਇਲੈਕਟ੍ਰੋਨ 8ਵਾਂ ਹੋ ਗਿਆ, ਮਤਲਬ ਕੋਈ ਵੀ ਹੋ ਸਕਦਾ, ਚਾਹੇ ਇੱਥੋਂ ਤੋਂ ਇੱਥੇ ਤੱਕ ਲੈ ਲਈਏ, ਚਾਹੇ ਇੱਥੇ ਤੋਂ ਇੱਥੇ ਤੱਕ, ਇੱਥੇ ਤੋਂ ਇੱਥੇ ਤੱਕ, ਜਾਂ ਇੱਥੇ ਤੋਂ ਇੱਥੇ ਤੱਕ। ਮਤਲਬ ਇਹ ਸਾਰਾ ਜਿਹੜੀ ਦੂਰੀ ਹੈ ਇਹ ਬਰਾਬਰ ਹੀ ਹੁੰਦੀ ਹੈ। ਇਹ ਐਟੋਮਿਕ ਰੇਡੀਅਸ ਹੈ ਇਹ ਆਕਸੀਜਨ ਦਾ। ਅਤੇ ਇਹਦੇ ਬਾਰੇ ਵੀ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਜਿਵੇਂ ਨੰਬਰ ਆਫ ਇਲੈਕਟ੍ਰੋਨਸ ਵੱਧਦੇ ਜਾਂਦੇ ਆ ਉਵੇਂ ਉਵੇਂ ਨਿਊਕਲੀਅਰ ਚਾਰਜ ਵੀ ਵੱਧਦਾ ਜਾਂਦਾ ਹੈ ਸੈਂਟਰ ਦੇ ਵਿੱਚ, ਅਤੇ ਇਲੈਕਟ੍ਰੋਨਸ ਫਿਰ ਅੱਗੇ ਅੱਗੇ ਇਹ ਨੇੜੇ ਹੁੰਦੇ ਜਾਂਦੇ ਆ। ਮਤਲਬ ਪਹਿਲਾ ਇਲੈਕਟ੍ਰੋਨ ਇੱਥੇ, ਦੂਜਾ ਇਲੈਕਟ੍ਰੋਨ ਹੋਰ ਥੋੜ੍ਹਾ ਜਿਹਾ ਨੇੜੇ ਆ ਗਿਆ, ਤੀਜਾ ਹੋਰ ਥੋੜ੍ਹਾ ਜਿਹਾ ਨੇੜੇ, ਚੌਥਾ ਹੋਰ ਨੇੜੇ, ਪੰਜਵਾਂ ਹੋਰ ਨੇੜੇ, ਛੇਵਾਂ ਹੋਰ ਨੇੜੇ, ਇਸ ਤਰ੍ਹਾਂ ਮਤਲਬ ਨੇੜੇ ਹੁੰਦੇ ਜਾਂਦੇ ਆ ਇਹ। ਇੱਥੇ ਤਾਂ ਚਲੋ ਮੈਂ ਵੈਸੇ ਇੱਕ ਰਫ ਜੀ ਜਿਹੜੀ ਡਾਇਗਰਾਮ ਬਣਾ ਦਿੱਤੀ ਤੁਹਾਨੂੰ ਦੱਸਣ ਦੇ ਲਈ ਕਿ ਐਟੋਮਿਕ ਰੇਡੀਅਸ ਕਿਆ ਹੁੰਦਾ, ਬਟ ਤੁਸੀਂ ਉਹ +1 ਦੇ ਵਿੱਚ ਜਿਹੜੇ ਟੌਪਿਕ ਹੈ YouTube ਦੇ ਉੱਤੇ ਵੀ ਮੈਂ ਪਾਇਆ ਹੋਇਆ ਇਹ ਐਟੋਮਿਕ ਐਂਡ ਆਇਨਿਕ ਰੇਡੀਆਈ ਚੈਪਟਰ 3 ਦੇ ਵਿੱਚ। ਸੋ ਉਹਦੇ ਵਿੱਚ ਵੀ ਤੁਸੀਂ +1 ਦਾ ਜੋ ਟੌਪਿਕ ਹੈ ਇਹ, ਸੋ ਜੇ ਨਹੀਂ ਕਲੈਰੀਫਿਕੇਸ਼ਨ ਹੁੰਦੀ ਤਾਂ ਇੱਕ ਵਾਰ ਤੁਸੀਂ ਇਹ +1 ਦਾ ਟੌਪਿਕ ਜੋ ਹੈ ਐਟੋਮਿਕ ਅਤੇ ਆਇਨਿਕ ਰੇਡੀਆਈ ਉਹ ਵੀ ਤੁਸੀਂ ਡਿਸਕਸ ਕਰ ਸਕਦੇ ਆ, ਦੇਖ ਸਕਦੇ ਆ ਉਹਨੂੰ। ਉਹਦੇ 'ਚ ਪਤਾ ਚੱਲ ਜਾਂਦਾ ਕਿ ਐਟੋਮਿਕ ਰੇਡੀਅਸ ਜੋ ਹੈ ਉਹ ਕਿਵੇਂ ਵੇਰੀ ਕਰਦਾ। ਅਤੇ ਇਹਦੇ ਬਾਰੇ ਵੀ ਤੁਸੀਂ ਪੜ੍ਹਿਆ ਕਿ ਜਿਵੇਂ ਲੈਫਟ ਟੂ ਰਾਈਟ ਜਾਂਦੇ ਆ ਨੰਬਰ ਆਫ ਇਲੈਕਟ੍ਰੋਨ ਵੱਧਦੇ ਜਾਂਦੇ ਆ। ਨੰਬਰ ਆਫ ਇਲੈਕਟ੍ਰੋਨ ਵੱਧ ਰਹੇ ਮਤਲਬ ਨੰਬਰ ਆਫ ਪ੍ਰੋਟੋਨ ਵੀ ਵੱਧ ਰਹੇ ਆ, ਪ੍ਰੋਟੋਨ ਵੱਧ ਰਹੇ ਮਤਲਬ ਨਿਊਕਲੀਅਰ ਚਾਰਜ ਵੱਧ ਰਿਹਾ। ਨਿਊਕਲੀਅਰ ਚਾਰਜ ਵੱਧ ਰਿਹਾ ਤਾਂ ਇਟ ਮੀਨਸ ਇਲੈਕਟ੍ਰੋਨ ਦੇ ਲਈ ਅਟਰੈਕਸ਼ਨ ਵੀ ਅੱਗੇ ਤੋਂ ਅੱਗੇ
ਵੱਧਦੀ ਜਾਂਦੀ ਹੈ। ਜੇ ਅਟਰੈਕਸ਼ਨ ਵੱਧਦੀ ਜਾਂਦੀ ਹੈ ਤਾਂ ਇਲੈਕਟ੍ਰੋਨਸ ਹੌਲੀ ਹੌਲੀ ਫਿਰ ਨੇੜੇ ਹੁੰਦੇ ਜਾਂਦੇ ਆ। ਜੇ ਨੇੜੇ ਹੁੰਦੇ ਜਾਂਦੇ ਇਲੈਕਟ੍ਰੋਨਸ ਮਤਲਬ ਜੋ ਹੈ ਅਟੋਮਿਕ ਰੇਡੀਅਸ ਹੋ ਅੱਗੇ ਤੋਂ ਅੱਗੇ ਘਟਦਾ ਜਾਂਦਾ ਹੈ। ਮਤਲਬ ਜਿਵੇਂ ਲੈਫਟ ਟੂ ਰਾਈਟ ਜਾਈਏ ਅਟੋਮਿਕ ਰੇਡੀਅਸ ਡਿਕਰੀਜ਼ ਹੁੰਦਾ ਜਾਂਦਾ, ਬਟ ਜਿਵੇਂ ਅਪਵਰਡ ਟੂ ਡਾਊਨਵਰਡ ਜਾਈਏ ਅਟੋਮਿਕ ਰੇਡੀਅਸ ਇਨਕਰੀਜ਼ ਹੁੰਦਾ ਜਾਂਦਾ, ਕਿਉਂਕਿ ਨੰਬਰ ਆਫ ਸਬ ਸ਼ੈਲ ਵੱਧ ਰਹੇ ਹੈ ਅਤੇ ਨਾਲ ਦੀ ਨਾਲ ਜੋ ਸ਼ੀਲਡਿੰਗ ਇਫੈਕਟ ਵੀ ਕ੍ਰੀਏਟ ਹੋ ਜਾਂਦਾ, ਉਹ ਵੀ ਤੁਸੀਂ ਪੜ੍ਹਿਆ ਹੋਇਆ ਪਹਿਲਾਂ +1 ਦੇ ਵਿੱਚ, ਸ਼ੀਲਡਿੰਗ ਇਫੈਕਟ ਵੀ ਵੱਧਦਾ ਜਾਂਦਾ। ਸੋ ਜਿਹਦੇ ਕਰਕੇ ਅਟਰੈਕਸ਼ਨ ਘਟਦੀ ਜਾਂਦੀ ਹੈ ਆਊਟਰ ਮੋਸਟ ਇਲੈਕਟ੍ਰੋਨਸ ਦੇ ਲਈ, ਇਲੈਕਟ੍ਰੋਨ ਦੂਰ ਹੁੰਦੇ ਜਾਂਦੇ ਆ, ਜਿਹਦੇ ਕਰਕੇ ਸਾਈਜ਼ ਜੋ ਹੈ ਐਟਮ ਦਾ ਉਹ ਵੱਡਾ ਹੁੰਦਾ ਜਾਂਦਾ। ਸੋ ਇੱਥੇ ਉਸੇ ਤਰ੍ਹਾਂ ਹੀ ਇਹ ਜੋ ਵੇਰੀਏਸ਼ਨ ਇੱਥੇ ਦੱਸੀ ਗਈ ਹੈ ਅਟੋਮਿਕ ਅਤੇ ਆਇਨਿਕ ਰੇਡੀਆਈ ਦੀ, ਇੱਥੇ ਗਰੁੱਪ 16th ਐਲੀਮੈਂਟਸ ਜੋ ਹੈ ਉਹਨਾਂ ਦੀਆਂ ਪ੍ਰੋਪਰਟੀਜ਼ ਕੰਪੇਅਰ ਕੀਤੀਆਂ ਗਈਆਂ ਗਰੁੱਪ 15th ਐਲੀਮੈਂਟਸ ਦੇ ਨਾਲ। ਅਤੇ ਜਦੋਂ ਆਪਾਂ ਗਰੁੱਪ 17th ਦੇ ਬਾਰੇ ਪੜ੍ਹਨਾ ਤਾਂ ਉਦੋਂ ਉਹਦੀਆਂ ਪ੍ਰੋਪਰਟੀਜ਼ ਆਪਾਂ ਜੋ ਹੈ ਉਹ ਗਰੁੱਪ 16th ਐਲੀਮੈਂਟਸ ਦੇ ਨਾਲ ਆਪਾਂ ਕੰਪੇਅਰ ਕਰਾਂਗੇ। ਸੋ ਇੱਥੇ ਲਿਖਿਆ ਹੋਇਆ ਅਟੋਮਿਕ ਐਂਡ ਆਇਨਿਕ ਰੇਡੀਆਈ ਆਫ ਗਰੁੱਪ 16th ਐਲੀਮੈਂਟਸ ਇਜ਼ small as compared to group 15th elements। ਗਰੁੱਪ 16th ਐਲੀਮੈਂਟਸ ਦੀ ਅਟੋਮਿਕ ਅਤੇ ਆਇਨਿਕ ਰੇਡੀਆਈ ਗਰੁੱਪ 15th ਐਲੀਮੈਂਟਸ ਤੋਂ ਘੱਟ ਹੁੰਦੀ ਹੈ। ਕਿਉਂ? ਬਿਕੋਜ਼ ਐਜ਼ ਵੀ ਮੂਵ ਅਲੋਂਗ ਦਾ ਪੀਰੀਅਡ ਅਟੋਮਿਕ ਐਂਡ ਆਇਨਿਕ ਰੇਡੀਆਈ ਡਿਕਰੀਜ਼ਸ। ਕਿਉਂਕਿ ਕਹਿੰਦੇ ਆਪਾਂ ਜਿਵੇਂ ਅਲੋਂਗ ਦਾ ਪੀਰੀਅਡ ਮੂਵ ਕਰਦੇ ਹਾਂ ਅਟੋਮਿਕ ਅਤੇ ਆਇਨਿਕ ਰੇਡੀਆਈ ਘਟਦੀ ਜਾਂਦੀ ਹੈ। ਕਿਉਂ ਘਟਦੀ ਜਾਂਦੀ ਹੈ? ਇਹਦਾ ਰੀਜ਼ਨ ਤੁਹਾਨੂੰ +1 'ਚ ਵੀ ਲਿਖਾਇਆ ਹੋਇਆ ਕਿ ਜਿਵੇਂ ਲੈਫਟ ਟੂ ਰਾਈਟ ਜਾਂਦੇ ਆ ਨੰਬਰ ਆਫ ਪ੍ਰੋਟੋਨਸ ਵਧਣ ਦੇ ਨਾਲ ਨਾਲ ਨਿਊਕਲੀਅਰ ਚਾਰਜ ਵੱਧਦਾ ਜਾਂਦਾ, ਜਿਹਦੇ ਕਰਕੇ ਅਟਰੈਕਸ਼ਨ ਵੱਧਦੀ ਜਾਂਦੀ ਹੈ ਅਤੇ ਇਲੈਕਟ੍ਰੋਨਸ ਨਿਊਕਲੀਅਸ ਦੇ ਨੇੜੇ ਹੁੰਦੇ ਜਾਂਦੇ ਆ ਅਤੇ ਸਾਈਜ਼ ਐਟਮ ਦਾ ਛੋਟਾ ਹੁੰਦਾ ਜਾਂਦਾ। ਮਤਲਬ ਗਰੁੱਪ 16th ਐਲੀਮੈਂਟਸ ਦਾ ਸਾਈਜ਼ ਜੋ ਹੈ ਉਹ ਗਰੁੱਪ 15th ਤੋਂ ਛੋਟਾ ਹੋਏਗਾ। ਬਟ ਇਫ ਵੀ ਗੋ ਡਾਊਨ ਦਾ ਗਰੁੱਪ, ਗੋ ਦੀ ਬਜਾਏ ਮੂਵ ਲਿਖ ਲਿਓ ਉੱਥੇ, ਬਟ ਇਫ ਵੀ ਮੂਵ ਡਾਊਨ ਦਾ ਗਰੁੱਪ ਦਾ ਅਟੋਮਿਕ ਐਂਡ ਆਇਨਿਕ ਰੇਡੀਆਈ ਇਨਕਰੀਜ਼ਸ। ਅਤੇ ਨਾਲ ਇੱਥੇ ਰੀਜ਼ਨ ਲਿਖ ਦੇਣਾ ਕਿਉਂ? ਡਿਊ ਟੂ ਸ਼ੀਲਡਿੰਗ ਇਫੈਕਟ। ਇਹ +1 'ਚ ਤੁਸੀਂ ਪੜ੍ਹਿਆ ਹੋਇਆ ਸ਼ੀਲਡਿੰਗ ਇਫੈਕਟ ਦੇ ਬਾਰੇ ਕਿ ਡਾਊਨ ਦਾ ਗਰੁੱਪ ਨੰਬਰ ਆਫ ਇਲੈਕਟ੍ਰੋਨਸ ਇੱਕਦਮ ਬਹੁਤ ਜ਼ਿਆਦਾ ਵੱਧ ਜਾਂਦੇ ਆ ਨਿਊਕਲੀਅਸ ਦੇ ਸਰਾਊਂਡਡ, ਨੰਬਰ ਆਫ ਇਲੈਕਟ੍ਰੋਨ ਅਤੇ ਨੰਬਰ ਆਫ ਸਬ ਸ਼ੈਲਸ ਵੱਧਦੇ ਜਾਂਦੇ ਆ ਜਿਹੜੇ ਨਿਊਕਲੀਅਰ ਚਾਰਜ ਨੂੰ ਅੱਗੇ ਤੋਂ ਅੱਗੇ ਆਊਟਰ ਮੋਸਟ ਇਲੈਕਟ੍ਰੋਨਸ ਤੱਕ ਪਹੁੰਚਣ ਦੇ ਲਈ ਰੋਕਦੇ ਆ। ਸੋ ਉਹ ਨਿਊਕਲੀਅਰ ਚਾਰਜ ਨੂੰ ਆਊਟਰ ਮੋਸਟ ਇਲੈਕਟ੍ਰੋਨਸ ਤੱਕ ਪਹੁੰਚਣਾ ਉਹਨੂੰ ਸ਼ੀਲਡਿੰਗ ਇਫੈਕਟ ਕਹਿ ਦਿੰਦੇ ਆ। ਸ਼ੀਲਡਿੰਗ ਇਫੈਕਟ ਵੀ ਜਾਂ ਸਕਰੀਨਿੰਗ ਇਫੈਕਟ ਵੀ। ਸੋ ਡਾਊਨ ਦਾ ਗਰੁੱਪ ਸਕਰੀਨਿੰਗ ਇਫੈਕਟ ਵੱਧਦਾ ਜਾਂਦਾ ਜਿਹਦੇ ਕਰਕੇ ਐਟਮ ਦਾ ਸਾਈਜ਼ ਵੱਡਾ ਹੁੰਦਾ ਜਾਂਦਾ। ਸੋ ਇਸ ਕਰਕੇ ਗਰੁੱਪ 16th ਐਲੀਮੈਂਟਸ ਦੇ ਵਿੱਚ ਵੀ ਡਾਊਨ ਦਾ ਗਰੁੱਪ ਅਟੋਮਿਕ ਅਤੇ ਆਇਨਿਕ ਰੇਡੀਆਈ ਇਨਕਰੀਜ਼ ਹੁੰਦੀ ਜਾਂਦੀ ਹੈ। ਨੈਕਸਟ ਪ੍ਰੋਪਰਟੀ ਹੈ ਆਇਓਨਾਈਜੇਸ਼ਨ ਐਂਥੈਲਪੀ। ਆਇਓਨਾਈਜੇਸ਼ਨ ਐਂਥੈਲਪੀ ਮਤਲਬ ਕਿਸੇ ਵੀ ਐਲੀਮੈਂਟ ਦੇ ਆਊਟਰ ਮੋਸਟ ਸ਼ੈਲ ਦੇ ਵਿੱਚੋਂ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਐਨਰਜੀ ਜੋ ਹੈ ਉਹਨੂੰ ਆਇਓਨਾਈਜੇਸ਼ਨ ਐਂਥੈਲਪੀ ਕਹਿੰਦੇ ਆ। ਅਤੇ ਉਸੇ ਤਰ੍ਹਾਂ ਹੀ ਗਰੁੱਪ 16th ਐਲੀਮੈਂਟਸ ਜਿਹੜੇ ਹੈ ਇਹਨਾਂ ਦਾ ਨਿਊਕਲੀਅਰ ਚਾਰਜ ਗਰੁੱਪ 15th ਐਲੀਮੈਂਟਸ ਤੋਂ ਜ਼ਿਆਦਾ ਹੁੰਦਾ। ਜਿੰਨਾ ਨਿਊਕਲੀਅਰ ਚਾਰਜ ਜ਼ਿਆਦਾ ਇਟ ਮੀਨਸ ਉਨੀ ਹੀ ਇਲੈਕਟ੍ਰੋਨ ਦੇ ਪ੍ਰਤੀ ਅਟਰੈਕਸ਼ਨ ਵੀ ਜ਼ਿਆਦਾ। ਸੋ ਇਟ ਮੀਨਸ ਉੱਥੇ ਫਿਰ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਐਨਰਜੀ ਜ਼ਿਆਦਾ ਚਾਹੀਦੀ ਹੈ। ਸੋ ਇਟ ਮੀਨਸ the ionization enthalpy of group 16th elements is ਸੌਰੀ ਇੱਥੇ ਇੱਕ ਜੋ ਹੈ ਸਾਡੇ ਕੋਲ ਐਕਸੈਪਸ਼ਨਲ ਕੇਸ ਹੈ। ਇੱਥੇ ਖਾਲੀ ਇਹ ਨਹੀਂ ਲਿਖਾਂਗੇ ਆਪਾਂ ਆਇਓਨਾਈਜੇਸ਼ਨ ਐਂਥੈਲਪੀ, ਇੱਥੇ ਇਹ ਲਿਖ ਲਿਆ ਜਾ ਸਕਦਾ ਦਾ ਫਸਟ ਆਇਓਨਾਈਜੇਸ਼ਨ ਐਂਥੈਲਪੀ। ਤੁਸੀਂ +1 'ਚ ਸਕਸੈਸਿਵ ਆਇਓਨਾਈਜੇਸ਼ਨ ਐਂਥੈਲਪੀਜ਼ ਪੜ੍ਹੀਆਂ ਨੇ। ਸਕਸੈਸਿਵ ਆਇਓਨਾਈਜੇਸ਼ਨ ਐਂਥੈਲਪੀ ਕਿ ਪਰਟੀਕੂਲਰ ਸਬ ਸ਼ੈਲ ਦੇ ਵਿੱਚੋਂ ਪਰਟੀਕੂਲਰ ਇਲੈਕਟ੍ਰੋਨ ਰਿਮੂਵ ਕਰਨ ਦੇ ਲਈ ਐਨਰਜੀ, ਕਿ ਫਸਟ ਇਲੈਕਟ੍ਰੋਨ ਰਿਮੂਵ ਕਰਨਾ ਹੈ ਜਾਂ ਸੈਕਿੰਡ ਇਲੈਕਟ੍ਰੋਨ ਰਿਮੂਵ ਕਰਨਾ ਹੈ। ਜੇ ਫਸਟ ਇਲੈਕਟ੍ਰੋਨ ਰਿਮੂਵ ਕਰਨਾ ਉਹਨੂੰ ਫਸਟ ਆਇਓਨਾਈਜੇਸ਼ਨ ਐਂਥੈਲਪੀ ਕਹਿੰਦੇ ਆ, ਸੈਕਿੰਡ ਇਲੈਕਟ੍ਰੋਨ ਰਿਮੂਵ ਕਰਨਾ ਉਹਨੂੰ ਸੈਕਿੰਡ ਆਇਓਨਾਈਜੇਸ਼ਨ ਐਂਥੈਲਪੀ ਕਹਿੰਦੇ ਆ। ਸੋ ਇੱਥੇ ਇਹ ਤੁਸੀਂ ਇਹਦੇ 'ਚ ਐਡ ਕਰ ਸਕਦੇ ਆ ਦਾ ਫਸਟ ਆਇਓਨਾਈਜੇਸ਼ਨ ਐਂਥੈਲਪੀ ਆਫ ਗਰੁੱਪ 16th ਐਲੀਮੈਂਟਸ ਇਜ਼ ਲੈਸ ਦੈਨ ਦੋਜ਼ ਆਫ ਗਰੁੱਪ 15th ਐਲੀਮੈਂਟਸ। ਕਿਉਂ? ਬਿਕੋਜ਼ in group 15th the outermost orbital is completely half filled। ਕਿਉਂਕਿ ਜਿਹੜਾ ਗਰੁੱਪ 15th ਹੈ ਕਹਿੰਦੇ ਉਹਦੇ ਵਿੱਚ ਆਊਟਰਮੋਸਟ ਔਰਬਿਟਲ ਜਿਹੜਾ ਉਹ ਕੰਪਲੀਟਲੀ ਹਾਫ ਫਿਲਡ ਹੈ। ਸੋ ਇੱਥੇ ਮੈਂ ਬਣਾ ਕੇ ਵੀ ਦੱਸ ਦੇਣਾ ਤੁਹਾਨੂੰ। ਆ ਸਾਡੇ ਕੋਲ ਨਾਈਟ੍ਰੋਜਨ ਗਰੁੱਪ 15th 'ਚ ਆਉਂਦਾ ਅਤੇ ਆਕਸੀਜਨ ਗਰੁੱਪ 16th 'ਚ ਆਉਂਦਾ। ਦੋਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖ ਕੇ ਦੇਖ ਲਈਏ। ਚਲੋ ਇੱਥੇ ਲਿਖੀ ਹੋਈ ਹੈ, ਮੈਂ ਇੱਥੇ ਨਾਲ ਲਿਖ ਲੈਣਾ ਨਾਈਟ੍ਰੋਜਨ ਦੀ। ਸੋ ਇੱਥੇ 1s2 2s2 2p3। ਸੋ ਜੇਕਰ ਔਰਬਿਟਲ ਬਣਾਈਏ ਇੱਥੇ 2p ਔਰਬਿਟਲ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ ਪਹਿਲਾਂ 4 ਇਲੈਕਟ੍ਰੋਨ ਆ ਜਾਣੇ ਆ ਅਤੇ ਇੱਥੇ 2p ਔਰਬਿਟਲ ਦੇ ਵਿੱਚ
3 ਇਲੈਕਟ੍ਰੋਨ ਆ ਜਾਣੇ ਸਿੰਗਲੀ ਫਿਲਡ। ਤੇ ਤੁਸੀਂ ਇਹ ਵੀ ਪੜ੍ਹਿਆ ਸੀ +1 ਦੇ ਵਿੱਚ ਕਿ ਜਿਹੜੇ ਕੰਪਲੀਟਲੀ ਹਾਫ ਫਿਲਡ ਤੇ ਕੰਪਲੀਟਲੀ ਫੁੱਲੀ ਫਿਲਡ ਐਟੋਮਿਕ ਆਰਬਿਟਲਸ ਹੁੰਦੇ ਆ ਉਹਨਾਂ ਦੀ ਐਕਸਟਰਾ ਸਟੇਬਿਲਿਟੀ ਹੁੰਦੀ ਹੈ। ਸੋ ਐਕਸਟਰਾ ਸਟੇਬਿਲਿਟੀ ਜੋ ਹੈ ਇੱਥੇ ਨਾਈਟ੍ਰੋਜਨ ਦੀ ਹੈ, ਮਤਲਬ ਗਰੁੱਪ 15th ਐਲੀਮੈਂਟ ਦੀ ਹੈ। ਇਹਦਾ ਮਤਲਬ ਇਹਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਕਰਨ ਦੇ ਲਈ એનર્ਜੀ ਜ਼ਿਆਦਾ ਚਾਹੀਦੀ ਹੈ। ਇੱਥੇ ਪਹਿਲਾ ਇਲੈਕਟ੍ਰੋਨ ਜੋ ਹੈ ਉਹ ਪੇਅਰਡ ਜਿਹੜਾ ਆਰਬਿਟਲ ਇਹਦੇ ਵਿੱਚੋਂ ਰਿਮੂਵ ਹੋਣਾ ਹੈ। ਸੋ ਇੱਥੇ ਪਹਿਲਾ ਇਲੈਕਟ੍ਰੋਨ ਰਿਮੂਵ ਕਰਨ ਦੇ ਲਈ એનર્ਜੀ ਘੱਟ ਚਾਹੀਦੀ ਹੈ। ਸੋ ਇਟ ਮੀਨਸ ਫਸਟ ਆਇਓਨਾਈਜੇਸ਼ਨ ਐਂਥੈਲਪੀ ਗਰੁੱਪ 16th ਐਲੀਮੈਂਟਸ ਦੀ ਗਰੁੱਪ 15th ਐਲੀਮੈਂਟਸ ਤੋਂ ਘੱਟ ਹੁੰਦੀ ਹੈ। ਬਟ ਜੇਕਰ ਸੈਕੰਡ ਆਇਓਨਾਈਜੇਸ਼ਨ ਐਂਥੈਲਪੀ ਦੀ ਗੱਲ ਕਰੀਏ ਤਾਂ ਸੈਕੰਡ ਆਇਓਨਾਈਜੇਸ਼ਨ ਐਂਥੈਲਪੀ ਮਤਲਬ ਆਹ ਇਲੈਕਟ੍ਰੋਨ ਤਾਂ ਰਿਮੂਵ ਹੋ ਚੁੱਕਿਆ, ਇਹਦੇ 'ਚ ਵੀ ਆਹ ਰਿਮੂਵ ਹੋ ਚੁੱਕਿਆ ਸੈਕੰਡ ਦੇ ਲਈ। ਸੋ ਸੈਕੰਡ ਇਲੈਕਟ੍ਰੋਨ ਇਹਦਾ ਫਿਰ ਹਾਫ ਫਿਲਡ ਜਿਹੜਾ ਕੰਪਲੀਟਲੀ ਉਹਦੇ 'ਚੋਂ ਰਿਮੂਵ ਹੋਣਾ ਹੈ ਤੇ ਇਹਦੇ 'ਚ ਫਿਰ ਹਾਫ ਫਿਲਡ ਨਹੀਂ ਰਿਹਾ। ਇਟ ਮੀਨਸ ਸੈਕੰਡ ਆਇਓਨਾਈਜੇਸ਼ਨ ਐਂਥੈਲਪੀ ਗਰੁੱਪ 16th ਐਲੀਮੈਂਟਸ ਦੀ ਜ਼ਿਆਦਾ ਤੇ ਗਰੁੱਪ 15th ਐਲੀਮੈਂਟਸ ਦੀ ਘੱਟ ਹੁੰਦੀ ਹੈ। ਸੋ ਇੱਥੇ ਤੁਹਾਨੂੰ ਦੱਸਿਆ ਤੁਸੀਂ ਫਸਟ ਕਰ ਲੈਣਾ ਬਿਕੋਜ਼ ਇਨ ਗਰੁੱਪ 15th ਦਾ ਆਊਟਰਮੋਸਟ ਆਰਬਿਟਲ ਇਜ਼ ਕੰਪਲੀਟਲੀ ਹਾਫ ਫਿਲਡ, ਸੋ ਇਟ ਹੈਜ਼ ਐਕਸਟਰਾ ਸਟੇਬਿਲਿਟੀ, ਜਿਹਦੇ ਕਰਕੇ ਇਹਦੀ ਸਟੇਬਿਲਿਟੀ ਜ਼ਿਆਦਾ ਹੁੰਦੀ ਹੈ। ਦੇਅਰਫੋਰ ਇਟ ਇਜ਼ ਡਿਫਿਕਲਟ ਟੂ ਰਿਮੂਵ ਐਨ ਇਲੈਕਟ੍ਰੋਨ ਫਰੋਮ ਦੈਮ, ਇਸ ਕਰਕੇ ਉਹਨਾਂ ਦੇ ਵਿੱਚੋਂ ਇੱਕ ਇਲੈਕਟ੍ਰੋਨ ਰਿਮੂਵ ਕਰਨਾ ਬੜਾ ਡਿਫਿਕਲਟ ਹੋ ਜਾਂਦਾ ਹੈ। ਤੇ ਇੱਥੇ ਸੈਕੰਡ ਨਹੀਂ ਲਿਖਿਆ ਹੋਇਆ, ਸੈਕੰਡ ਦੇ ਲਈ ਵੀ ਤੁਸੀਂ ਲਿਖ ਸਕਦੇ ਆ ਬਟ ਦ ਸੈਕੰਡ ਆਇਓਨਾਈਜੇਸ਼ਨ ਐਂਥੈਲਪੀ, ਇਹ ਲਾਈਨ ਐਡ ਕਰ ਦਿਓ ਜਿਹੜੀ ਮੈਂ ਬੋਲ ਰਿਹਾ, ਬਟ ਦ ਸੈਕੰਡ ਆਇਓਨਾਈਜੇਸ਼ਨ ਐਂਥੈਲਪੀ of group 16th elements is more than that of group 15th elements। ਇੰਨੀ ਲਾਈਨ ਤੁਸੀਂ ਐਡ ਕਰ ਦੇਣੀ ਉਹਦੇ 'ਚ। ਤੇ ਇਸੇ ਤਰ੍ਹਾਂ ਅੱਗੇ ਲਿਖ ਦੇਣਾ on moving down the group the ionization enthalpy decreases due to shielding effect। ਇੱਥੇ ਵੀ ਉਹੀ ਰੀਜ਼ਨ ਕਿ ਡਾਊਨ ਦਾ ਗਰੁੱਪ ਆਇਓਨਾਈਜੇਸ਼ਨ ਐਂਥੈਲਪੀ ਘਟਦੀ ਜਾਂਦੀ ਹੈ ਸ਼ੀਲਡਿੰਗ ਇਫੈਕਟ ਦੇ ਕਰਕੇ। ਸ਼ੀਲਡਿੰਗ ਇਫੈਕਟ ਮਤਲਬ ਅਟਰੈਕਸ਼ਨ ਘਟ ਗਈ ਆਊਟਰਮੋਸਟ ਇਲੈਕਟ੍ਰੋਨਸ ਦੇ ਪ੍ਰਤੀ। ਜੇ ਆਊਟਰਮੋਸਟ ਇਲੈਕਟ੍ਰੋਨਸ ਦੇ ਲਈ ਅਟਰੈਕਸ਼ਨ ਘਟ ਗਈ ਤਾਂ ਇਟ ਮੀਨਸ ਉਹ ਇਲੈਕਟ੍ਰੋਨਸ ਆਸਾਨੀ ਦੇ ਨਾਲ ਬਾਹਰ ਕੱਢੇ ਜਾ ਸਕਦੇ ਆ। ਸੋ ਇਟ ਮੀਨਸ ਫਿਰ ਡਾਊਨ ਦਾ ਗਰੁੱਪ ਆਇਓਨਾਈਜੇਸ਼ਨ ਐਂਥੈਲਪੀ ਘਟਦੀ ਜਾਂਦੀ ਹੈ। ਸੋ ਅੱਜ ਦੇ ਲਈ ਤੁਹਾਡਾ ਇੰਨਾ ਹੀ ਟੌਪਿਕ ਸਹੀ ਇਹ। ਨੈਕਸਟ ਟੌਪਿਕ ਆਪਾਂ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।